ਵਗਦੇ ਪਾਣੀਆਂ ਦਾ ਸੰਗੀਤ। ਮਨਜੀਤ ਮਾਸੀ ਮਾਂ ਨਾਲੋਂ ਸਿਰਫ 2 ਸਾਲ ਵੱਡੀ ਸੀ। ਦੋਹਾਂ ਭੈਣਾਂ ਦਾ ਇੱਕ ਬੜਾ ਪਿਆਰਾ ਰਿਸ਼ਤਾ ਸੀ। ਉਹਦੇ ਘਰ ਔਲਾਦ ਨਾ ਹੋਣ ਦਾ ਗਮ ਉਸ ਤੋਂ ਵੱਧ ਮਾਂ ਨੂੰ ਹੁੰਦਾ ਸੀ। ਇਸ ਜਜ਼ਬੇ ਨੂੰ ਸਮਝਦੇ ਹੋਏ ਮਾਂ ਨੇ ਦਾਰਜੀ ਨਾਲ ਸਲਾਹ ਕੀਤੀ ਅਤੇ ਇੱਕ ਵੱਡਾ ਕਦਮ ਲੈਣ ਦਾ ਫੈਸਲਾ ਕਰ ਲਿਆ। ਮਾਂ ਨੇ ਮਾਸੀ ਮਾਸੜ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਜੋ ਸਾਡੇ ਘਰ ਤੀਸਰੀ ਔਲਾਦ ਆਉਣੀ ਹੈ, ਜੇ ਉਹ ਮੁੰਡਾ ਹੋਇਆ ਤਾਂ ਮੇਰਾ ਅਤੇ ਜੇ ਕੁੜੀ ਹੋਈ ਤਾਂ ਤੇਰੀ। ਰੱਬ ਨੂੰ ਕੀ ਮਨਜ਼ੂਰ ਸੀ, ਇਹ ਹਾਲੇ ਕਿਸੇ ਨੂੰ ਵੀ ਨਹੀਂ ਸੀ ਪਤਾ। ਕੁਝ ਮਹੀਨਿਆਂ ਦੀ ਇੰਤਜ਼ਾਰ ਦੇ ਬਾਅਦ ਸਾਡੇ ਘਰ ਇੱਕ ਕੁੜੀ ਦਾ ਜਨਮ ਹੋਇਆ। ਮਾਂ ਤੇ ਦਾਰਜੀ ਨੇ ਰਲ ਕੇ ਉਸ ਦਾ ਬਕਸਾ ਤਿਆਰ ਕੀਤਾ, ਜਿਸ ਵਿੱਚ ਉਸਦੇ ਕੱਪੜੇ, ਖਿਡੌਣੇ ਅਤੇ ਕੁਝ ਚਾਂਦੀ ਦੇ ਭਾਂਡੇ ਪਾ ਕੇ ਉਸਨੂੰ ਵਿਦਾ ਕਰਨ ਦਾ ਇਰਾਦਾ ਕਰ ਲਿਆ। ਜਿਸ ਦਿਨ ਬੱਚੀ ਨੂੰ ਮਾਸੀ ਮਾਸੜ ਨੇ ਲੈਣ ਆਉਣਾ ਸੀ, ਸਾਰਾ ਦਿਨ ਉਡੀਕ ਵਿੱਚ ਦਾਰਜੀ ਮੈਨੂੰ ਇਹ ਗੀਤ ਸਿਖਾਉਂਦੇ ਰਹੇ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਕਿਉਂਕਿ ਮੈਂ ਆਪਣੀ ਨਿੱਕੀ ਭੈਣ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਸੀ। ਸਾਰਾ ਦਿਨ ਮੈਨੂੰ ਵਰਾਉਣ ਵਿੱਚ ਇੰਝ ਹੀ ਲੰਘ ਗਿਆ, ਪਰ ਕੋਈ ਨਾ ਆਇਆ। 2 ਦਿਨਾਂ ਬਾਅਦ ਮਾਸੀ ਮਾਸੜ ਜੀ ਆਏ ਅਤੇ ਦੱਸਿਆ ਕਿ ਕੁੜੀ ਨੂੰ ਗੋਦ ਲੈਣ ਦਾ ਇਹ ਫੈਸਲਾ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਨਜ਼ੂਰ। ਦਾਰਜੀ ਇਸ ਗੱਲ ਤੇ ਬਹੁਤ ਨਾਰਾਜ਼ ਹੋਏ, ਪਰ ਮੈਂ ਬਹੁਤ ਖੁਸ਼ ਸੀ ਕਿ ਮੇਰੀ ਭੈਣ ਹੁਣ ਮੇਰੇ ਕੋਲ ਹੀ ਰਹੇਗੀ। ਮਾਸੀ ਮਾਸੜ ਜੀ ਬੇਬੀ ਯਾਨੀ ਮੇਰੀ ਛੋਟੀ ਭੈਣ ਲੈ ਕੇ ਜਾ ਨਹੀਂ ਸਕੇ, ਪਰ ਸਾਰੀ ਉਮਰ ਉਹਨੂੰ ਆਪਣੀ ਬੇਟੀ ਸਮਝਦੇ ਰਹੇ ਅਤੇ ਉਸਦੇ ਵਿਆਹ ਤੇ ਮਾਂ-ਬਾਪ ਬਣ ਕੇ ਪੂਰੀਆਂ ਰਸਮਾਂ ਵੀ ਨਿਭਾਈਆਂ। ਮਾਂ ਉਦੋਂ ਤੋਂ ਹੀ ਮਾਸੜ ਨੂੰ ਰੱਖੜੀ ਬੰਨ੍ਹਦੀ ਸੀ। ਇਹਨਾਂ ਨੇ ਅਖੀਰ ਤੱਕ ਭੈਣ ਭਰਾ ਦਾ ਰਿਸ਼ਤਾ ਨਿਭਾਇਆ। ਮਾਸੜ ਜੀ CSIR ਅਤੇ NPL ਵਿੱਚ ਕਲਾਸ 1 ਗਜ਼ਟਡ ਆਫਿਸਰ ਸਨ। ਉਹਨਾਂ ਆਪਣੇ ਆਖਰੀ ਦਿਨਾਂ ਵਿੱਚ ਮਾਂ ਨੂੰ ਆਖਿਆ, ਹੁਣ ਮੇਰਾ ਵੇਲਾ ਆਉਣ ਵਾਲਾ ਹੈ। ਮਨਜੀਤ ਦਾ ਖਿਆਲ ਤੂੰ ਹੀ ਰੱਖ ਸਕਨੀ ਹੈ, ਹੋਰ ਕੋਈ ਨਹੀਂ। ਇਹ ਗੱਲ ਮਾਂ ਨੇ ਪੱਲੇ ਬੰਨ੍ਹ ਲਈ। 2001 ਵਿੱਚ ਸਰਦਾਰ ਨਾਰਾਇਣ ਸਿੰਘ ਅੰਕਲ ਦੀ ਮੌਤ ਹੋ ਗਈ ਅਤੇ ਮਾਸੀ ਮਾਂ ਦੇ ਕੋਲ ਆ ਗਈ। ਉਸਦਾ ਪਿਓ ਪੂਰਾ ਖਿਆਲ ਉਹ ਬੱਚਿਆਂ ਵਾਂਗੂ ਕਰਨ ਲੱਗ ਪਈ। ਪਹਿਲਾਂ ਉਸਨੂੰ ਖਵਾਉਂਦੀ, ਫਿਰ ਆਪ ਖਾਂਦੀ। ਮਾਸੀ ਆਰਥਰਾਈਟਿਸ ਦੀ ਮਰੀਜ਼ ਸੀ ਅਤੇ ਵਾਕਰ ਨਾਲ ਟੁਰਦੀ ਸੀ। ਮਾਂ ਡਾਕਟਰਾਂ ਕੋਲੋਂ ਉਸ ਬਾਰੇ ਹਰ ਵੇਲੇ ਪੁੱਛਦੀ ਰਹਿੰਦੀ ਸੀ। ਦਵਾਈਆਂ ਠੀਕ ਸਮੇਂ ਤੇ ਦੇਣ ਦੀ ਜ਼ਿੰਮੇਵਾਰੀ ਵੀ ਆਪ ਹੀ ਨਿਭਾਉਂਦੀ ਤਾਂ ਕਿ ਉਸਨੂੰ ਕੋਈ ਤਕਲੀਫ ਨਾ ਹੋਵੇ। ਮਨਜੀਤ ਮਾਸੀ ਅਕਸਰ ਮਾਂ ਦੇ ਇਸ ਰੋਲ ਨੂੰ ਇੰਝ ਹੱਸ ਕੇ ਦੱਸਦੀ ਸੀ। ਬਚਪਨ ਵਿੱਚ ਤੇ ਸੁਰਿੰਦਰ ਨੇ ਮੈਨੂੰ ਬੜਾ ਸਤਾਇਆ ਸੀ। ਕਦੇ ਮੈਨੂੰ ਅੱਖਾਂ ਵਿੱਚ ਸੁਰਮਾ ਪਾ ਕੇ ਰਾਤੀ ਹਨੇਰੇ ਵਿੱਚ ਵੱਡੀਆਂ ਅੱਖਾਂ ਕੱਢ ਕੇ ਡਰਾਉਂਦੀ ਸੀ ਤੇ ਕਹਿੰਦੀ ਸੀ, ਤੈਨੂੰ ਮੇਰੇ ਕੋਲੋਂ ਡਰ ਲੱਗਦਾ? ਕਦੀ ਮੇਰੀਆਂ ਸਕੂਲ ਦੀਆਂ ਕਿਤਾਬਾਂ ਲੈ ਜਾਣੀਆਂ, ਆਪਣੀਆਂ ਗਵਾ ਆਉਣੀਆਂ ਤੇ ਪਾਈਆ ਜੀ ਕੋਲੋਂ ਝਾੜ ਮੈਨੂੰ ਪੈਣੀ। ਮੇਰੇ ਕੱਪੜੇ ਪਾ ਕੇ ਸਹੇਲੀਆਂ ਨਾਲ ਖੇਡਣ ਟੁਰ ਪੈਣਾ। ਮੈਂ ਵੇਖਦੀ ਹੀ ਰਹਿ ਜਾਣਾ। ਸੁਰਿੰਦਰ ਸਾਰਿਆਂ ਦੀ ਲਾਡੋ ਸੀ, ਪਰ ਮੇਰੇ ਨਾਲ ਤਾਂ ਕਾਫੀ ਬਦਸਲੂਕੀ ਕਰਦੀ ਸੀ। ਉਹਦਾ ਇਵਜ਼ ਸ਼ਾਇਦ ਮੇਰੀ ਸੇਵਾ ਕਰਕੇ ਹੁਣ ਮੈਨੂੰ ਦੇ ਰਹੀ ਹੈ। ਆਖਿਰ ਤਾਂ ਹੈ ਮੇਰੀ ਬਹੁਤ ਪਿਆਰੀ ਭੈਣ ਹੀ ਨਾ। ਇਹਦੀ ਆਵਾਜ਼ ਕਿਤੇ ਵੀ ਰੇਡੀਓ ਤੇ ਮੈਂ ਸੁਣ ਲਵਾਂ ਤਾਂ ਮੇਰਾ ਰੋਣਾ ਨਿਕਲ ਜਾਂਦਾ ਹੈ। ਕਿਵੇਂ ਖਿੱਚ ਲੈਂਦੀ ਹੈ ਆਪਣੇ ਵੱਲ। ਮੇਰੀ ਭੈਣ ਵਰਗਾ ਕੋਈ ਨਹੀਂ ਹੋ ਸਕਦਾ। ਬੜੀ ਦਲੇਰ ਵੀ ਹੈ, ਹੱਸ ਕੇ ਦੁੱਖੜੇ ਵੀ ਸਹੇੜ ਲੈਂਦੀ ਹੈ। ਨਾਲੇ ਦੁਨੀਆ ਵਿੱਚ ਨਾਮ ਵੀ ਰੱਜ ਕੇ ਕਮਾ ਰਹੀ ਹੈ। ਮੈਨੂੰ ਬੜਾ ਮਾਣ ਹੈ ਇਸ ਤੇ। ਉਹ ਮੇਰੀ ਛੋਟੀ ਭੈਣ ਹੈ। ਮੇਰਾ ਰੁਤਬਾ ਇਹਨੇ ਬੜਾ ਉੱਚਾ ਕਰ ਦਿੱਤਾ ਹੈ। ਪਾਈਆ ਜੀ ਤੇ ਇਹਨੂੰ ਸਿੰਦਾ ਪੁੱਤ ਹੀ ਕਹਿੰਦੇ ਸਨ। ਸਾਰੇ ਪਰਿਵਾਰ ਨੂੰ ਇਕੱਠਾ ਕਰਨਾ, ਹਰ ਕਿਸੇ ਦੇ ਵਿਆਹ ਸ਼ਾਦੀ ਵਿੱਚ ਵੱਧ ਚੜ ਕੇ ਉਸਦੀ ਮਦਦ ਕਰਨਾ, ਉਹਦੀ ਸ਼ਖਸੀਅਤ ਦੀ ਇਹ ਬੜੀ ਖਾਸ ਗੱਲ ਸੀ। ਸਹੇਲੀਆਂ ਨਾਲ ਪਿਆਰ ਕਰਨਾ ਬਚਪਨ ਵਿੱਚ ਹੀ ਉਹਦਾ ਵੱਖਰਾ ਹੀ ਅੰਦਾਜ਼ ਸੀ। ਆਪਣੀ ਜੇਬ ਖਰਚੀ ਨਾਲ ਪੈਨਸਲਾਂ ਖਰੀਦ ਕੇ ਉਹਨਾਂ ਨੂੰ ਘੜ ਕੇ ਡਿਜ਼ਾਈਨ ਬਣਾ ਕੇ ਸਹੇਲੀਆਂ ਨੂੰ ਵੰਡਣਾ। ਮਾਸੀ ਇੱਕੋ ਸਾਹੇ ਬੋਲੀ ਜਾ ਰਹੀ ਸੀ। ਇੱਕ ਸਹੇਲੀ ਹੁੰਦੀ ਸੀ 9ਵੀਂ ਕਲਾਸ ਵਿੱਚ ਸੁਰਿੰਦਰ ਦੀ ਟੀਚਰ ਸੀ, ਮਿਸ ਜ਼ੈਦੀ। ਉਹ ਤਾਂ ਸੁਰਿੰਦਰ ਦੀ ਸ਼ੈਦਾਈ ਸੀ ਤੇ ਇਹ ਉਸਦੀ ਦੀਵਾਨੀ। ਪਤਾ ਨਹੀਂ ਘੰਟਿਆਂ ਬੱਧੀ ਕੀ ਗੱਲਾਂ ਕਰਦੀਆਂ ਰਹਿੰਦੀਆਂ ਸਨ ਤੇ ਸੁਰਿੰਦਰ ਨਵੇਂ ਗੀਤ ਵੀ ਉਹਨੂੰ ਸੁਣਾਉਂਦੀ ਰਹਿੰਦੀ।
ਉਹਨਾਂ ਦਿਨਾਂ ਵਿੱਚ ਮਾਸਟਰ ਅਨਾਇਤ ਹੁਸੈਨ ਘਰ ਆ ਕੇ ਉਹਨੂੰ ਸੰਗੀਤ ਦੀ ਸਿੱਖਿਆ ਵੀ ਦਿੰਦੇ ਸਨ। ਰੇਡੀਓ ਵਿੱਚ ਤਾਂ ਇਹ ਉਦੋਂ ਹੀ ਗਾਉਣ ਲੱਗ ਪਈ ਸੀ ਜਦੋਂ 12 ਸਾਲ ਦੀ ਸੀ। ਮਾਸੀ ਹੱਸੀ ਹੀ ਜਾਵੇ, ਫਿਰ ਕਹਿਣ ਲੱਗੀ, ਸਕੂਲ ਨਾ ਜਾਣ ਦਾ ਬਹਾਨਾ ਇੱਕ ਵਾਰ ਬੜਾ ਮਹਿੰਗਾ ਪਿਆ। ਸਕੂਲ ਬਿਲਡਿੰਗ ਤੋਂ ਪਹਿਲਾਂ ਰਾਹ ਵਿੱਚ ਇੱਕ ਬਾਗ ਆਉਂਦਾ ਸੀ। ਸੁਰਿੰਦਰ ਨੇ ਉੱਥੇ ਬਹਿ ਕੇ ਟਿਫਿਨ ਖੋਲ ਕੇ ਮੁਕਾ ਦੇਣਾ ਅਤੇ 2 ਘੰਟੇ ਬਾਗ ਵਿੱਚ ਝੂਲੇ ਝੂਟਦੇ ਰਹਿਣਾ ਜਾਂ ਕੀੜੀ ਕਾੜਾ ਖੇਡਦੇ ਰਹਿਣਾ। ਜੋ 2 ਕੁ ਦਿਨਾਂ ਬਾਅਦ ਸਕੂਲ ਜਾਣਾ ਅਤੇ ਟੀਚਰ ਨੂੰ ਦੱਸਣਾ ਕਿ ਮੈਂ ਸਕੂਲ ਇਸ ਕਰਕੇ ਨਹੀਂ ਆਈ ਕਿਉਂਕਿ ਮੇਰੀ ਚਾਚੀ ਮਰ ਗਈ, ਕਦੀ ਤਾਈ ਮਰ ਗਈ, ਕਦੀ ਭੂਆ ਮਰ ਗਈ। ਸਕੂਲ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਸਾਰੀਆਂ ਟੀਚਰਾਂ ਨੇ ਸੋਚਿਆ ਕਿ ਸੁਰਿੰਦਰ ਦੇ ਘਰ ਅਫਸੋਸ ਕਰਨ ਜਾਣਾ ਬਣਦਾ ਹੈ। ਇਹ ਕਹਿੰਦੀ ਹੈ, ਮਾਸੀ ਦੇ ਚਿਹਰੇ ਤੋਂ ਹਾਸਾ ਸਾਫ਼ ਝਲਕ ਰਿਹਾ ਸੀ। ਉਹ ਹੁਣ ਵੀ ਸ਼ਰਾਰਤੀ ਨਜ਼ਰਾਂ ਨਾਲ ਮੇਰੇ ਵੱਲ ਤੱਕ ਰਹੀ ਸੀ। ਸਾਰੀਆਂ ਟੀਚਰਾਂ ਨਾਨੀ ਨੂੰ ਮਿਲਣ ਆ ਗਈਆਂ। ਕਹਿਣ ਲੱਗੀਆਂ, ਬੜੇ ਦੁੱਖ ਦੀ ਗੱਲ ਹੈ, ਘਰ 'ਚ ਇੰਨੀਆਂ ਮੌਤਾਂ ਹੋ ਗਈਆਂ ਨੇ ਤੇ ਉਹ ਵੀ ਕੁਝ ਹਫ਼ਤਿਆਂ ਦੇ ਵਿੱਚ ਹੀ। ਇੰਨੇ ਥੋੜੇ ਵਕਫੇ ਤੇ। ਨਾਨੀ ਤਾਂ ਭੌਚੱਕੀ ਰਹਿ ਗਈ। ਉਹ ਬੋਲੀ, ਤੁਹਾਨੂੰ ਇਹ ਸਭ ਕਿਸਨੇ ਕਿਹਾ? ਸਾਡੇ ਘਰ ਤਾਂ ਸਭ ਸੁੱਖ ਸਾਂਦ ਹੈ। ਟੀਚਰਾਂ ਨੇ ਦੱਸਿਆ ਕਿ ਇਹ ਖਬਰ ਤਾਂ ਸੁਰਿੰਦਰ ਨੇ ਦਿੱਤੀ ਹੈ ਕਿਉਂਕਿ ਉਹ ਇੰਨੇ ਦਿਨ ਸਕੂਲ 'ਚ ਨਹੀਂ ਆਈ। ਨਾਨੀ ਨੇ ਫਿਰ ਮੁਆਫੀ ਮੰਗੀ, ਉਹਨਾਂ ਕੋਲੋਂ ਚਾਹ ਪਾਣੀ ਪਿਆਇਆ ਤੇ ਰੁਖਸਤ ਕੀਤਾ। ਹੌਕਾ ਭਰ ਕੇ ਮਾਸੀ ਫਿਰ ਕਹਿਣ ਲੱਗੀ, ਹੁਣ ਕੀ ਸੀ, ਸੁਰਿੰਦਰ ਤਾਂ ਘਰ ਵਿੱਚ ਲੁਕਦੀ ਫਿਰੇ, ਮੇਰੇ ਤਰਲੇ ਕਰੇ, ਮੇਰੀਆਂ ਮਿੰਨਤਾਂ ਕਰੇ, ਮਨਜੀਤ ਮੈਨੂੰ ਬਚਾ ਲੈ, ਜੋ ਕਹੇਂਗੀ ਉਹ ਖਿਲਾਵਾਂਗੀ ਤੈਨੂੰ, ਮੇਰੇ ਕੱਪੜੇ ਵੀ ਪਾ ਲਵੀਂ, ਕੁਝ ਨਹੀਂ ਕਹਾਂਗੀ, ਮੈਂ ਤੈਨੂੰ ਰੱਬ ਦੇ ਵਾਸਤੇ। ਪਰ ਮੈਂ ਉਹਨੂੰ ਬਚਾ ਨਹੀਂ ਸਕੀ। ਪਾਈਆ ਜੀ ਨੇ ਤਾਂ ਸਿਰਫ ਡਾਂਟਿਆ ਹੀ, ਪਰ ਭਰਾ ਜੀ ਜਸਵੰਤ ਨੇ ਤਾਂ ਖੂਬ ਪਿਟਾਈ ਕੀਤੀ। ਨਾਲੇ ਸੌਂ ਚੁਕਾਈ ਕਿ ਹੁਣ ਸਕੂਲੋਂ ਛੁੱਟੀ ਇੱਕ ਦਿਨ ਵੀ ਨਹੀਂ ਕਰਨੀ। ਨਾਲੇ ਮੇਰੀ ਡਿਊਟੀ ਲਗਾ ਦਿੱਤੀ ਕਿ ਤੂੰ ਸਿੰਧਾ ਨੂੰ ਸਕੂਲ ਲੈ ਕੇ ਜਾਣਾ ਹੈ ਤੇ ਵਾਪਸ ਵੀ ਤੂੰ ਹੀ ਹੋ ਲਿਆਣਾ। ਮਾਸੀ ਲਗਾਤਾਰ ਮਾਂ ਬਾਰੇ ਬਿਨਾਂ ਸਾਹ ਰੋਕਿਆਂ ਦੱਸਦੀ ਹੀ ਜਾ ਰਹੀ ਸੀ। ਮੈਂ ਇੱਕ ਟੱਕ ਮਾਸੀ ਵੱਲ ਦੇਖ ਰਹੀ ਸਾਂ। ਚੁੱਪ ਕੀਤੀ ਮਾਸੀ ਨੂੰ ਕੁਝ ਹੋਰ ਯਾਦ ਆ ਗਿਆ। ਮੈਂ ਤਾਂ ਮਾਸੀ ਦੇ ਬੁੱਲ ਕਦੀ ਖੁੱਲਦੇ ਕਦੀ ਬੰਦ ਹੁੰਦੇ ਦੇਖ ਰਹੀ ਸਾਂ। ਮੈਂ ਤਾਂ ਮਾਸੀ ਦੇ ਚਿਹਰੇ ਦੀ ਪ੍ਰਿਕਰਮਾ ਕਰ ਰਹੀ ਸਾਂ ਕਿ ਹੁਣ ਕੀ ਬੋਲੇਗੀ। ਕੁਝ ਸੋਚ ਕੇ ਕਹਿਣ ਲੱਗੀ, ਡੋਲ, ਸਾਨੂੰ ਸਾਰੀਆਂ ਭੈਣਾਂ ਨੂੰ ਇਤਰ ਫੁਲੇਲ ਦਾ ਬੜਾ ਸ਼ੌਕ ਸੀ, ਬਸ ਨਿਰੀਆਂ ਖੁਸ਼ਬੂਆਂ। ਮਾਸੀ ਫਿਰ ਅੱਬੜਵਾਏ ਕੁਝ ਕਹਿ ਰਹੀ ਸੀ। ਡੋਲ, ਇਹ ਗੱਲ ਯਾਦ ਆਈ ਕਿ ਮਾਂ ਤੇਰੀ ਸੁਰਿੰਦਰ ਕੌਰ। ਮਾਸੀ ਹੱਸਣ ਲੱਗ ਪਈ ਤੇ ਕਹਿੰਦੀ, ਡੋਲ, ਤੇਰੀ ਮਾਂ ਇਤਰ ਦੀ ਥਾਂ ਪੈਟਰੋਲ ਲਾਉਂਦੀ ਸੀ, ਕੱਪੜਿਆਂ ਤੇ ਵੀ ਤੇ ਕਿਤਾਬਾਂ ਵਿੱਚ ਵੀ ਪੈਟਰੋਲ ਦੇ ਫੰਬੇ ਰੱਖਦੀ ਸੀ। ਨਹੀਂ ਰੀਸਾਂ ਸੁਰਿੰਦਰ ਦੀਆਂ। ਮਾਸੀ ਜ਼ੋਰ ਦੀ ਹੱਸੀ ਅਤੇ ਫਿਰ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ। ਮਾਸੀ ਦੀ ਆਵਾਜ਼ ਫਿਰ ਮੇਰੇ ਕੰਨੇ ਪਈ। ਪਾਈਆ ਜੀ ਉਹਨੂੰ ਸਾਈਕਲ ਪਿੱਛੇ ਬਿਠਾ ਕੇ ਰੇਡੀਓ ਸਟੇਸ਼ਨ ਲੈ ਕੇ ਜਾਂਦੇ ਸਨ। ਸਲਵਾਰ ਕਮੀਜ਼ ਪਾ ਕੇ, ਸਿਰ ਤੇ ਚੁੰਨੀ ਲੈ ਕੇ, ਬੀਬੀ ਰਾਣੀ ਬਣ ਕੇ ਸ਼ਬਦ ਗਾ ਕੇ ਆਉਂਦੀ ਤਾਂ ਅਸੀਂ ਘਰ 'ਚ ਇਹਦੇ ਕੋਲੋਂ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਕੀਰਤਨ ਵੇਲੇ ਉਹ ਸ਼ਬਦ ਸੁਣਦੇ। ਕਈ ਵਾਰ ਅਸੀਂ ਸਾਰੇ ਇਹਦੇ ਨਾਲ ਗਾਉਂਦੇ, ਸਮੇਤ ਪਾਈਆ ਜੀ। ਜਸਵੰਤ ਪ੍ਰਾਜੀ ਵੀ ਇਹ ਪ੍ਰਥਾ ਜਸਵੰਤ ਪ੍ਰਾਜੀ ਨੇ ਆਪਣੇ ਘਰ ਵਿੱਚ ਵੀ ਹਮੇਸ਼ਾ ਰੱਖੀ। ਪਾਰਟੀਸ਼ਨ ਤੋਂ ਬਾਅਦ ਵੀ ਜਦ ਉਹ ਗਾਜ਼ੀਆਬਾਦ ਆ ਕੇ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ, ਉਦੋਂ ਤੱਕ ਨਾਸ਼ਤਾ ਨਹੀਂ ਸੀ ਮਿਲਦਾ ਜਦੋਂ ਤੱਕ 5 ਸ਼ਬਦ ਸਾਰੇ ਰਲ ਕੇ ਨਹੀਂ ਸਨ ਗਾਉਂਦੇ। ਸ਼ੁੱਧ ਰਾਗਾਂ ਵਿੱਚ ਮਾਸਟਰ ਜੀ ਕੋਲੋਂ ਸਿੱਖੇ ਸ਼ਬਦ ਮਾਸਟਰ ਅਨਾਇਤ ਹੁਸੈਨ ਵੀ ਤੇ ਮਾਸਟਰ ਨਿਆਜ਼ ਹੁਸੈਨ ਸ਼ਾਮੀ ਦੋਵੇਂ ਉਸਤਾਦ ਸੁਰਿੰਦਰ ਨੂੰ ਸਿਖਾਉਣ। ਕਿੰਨੀ ਵਧੀਆ ਗੱਲ ਹੈ ਕਿ ਸੰਗੀਤ ਸਿਖਾਉਣ ਵੇਲੇ ਉਸਤਾਦ ਮੁਸਲਮਾਨ ਤੇ ਸਿੱਖਣ ਵਾਲੇ ਹਿੰਦੂ ਸਿੱਖ। ਕੋਈ ਫਰਕ ਨਹੀਂ ਸੀ ਕਿਸੇ ਗੱਲ ਦਾ। ਮਨ ਵਿੱਚ ਕੋਈ ਅਜਿਹਾ ਵਿਚਾਰ ਨਹੀਂ ਸੀ ਜ਼ਾਤ ਪਾਤ ਦਾ। ਉਹੀ ਉਹ ਭਾਸ਼ਾ, ਉਹੀ ਖਾਣਾ ਪਾਣਾ, ਉਹੀ ਉਹ ਪਹਿਰਾਵਾ, ਉਹੀ ਉਹ ਸਾਂਝਾ ਸੰਗੀਤ। ਸੰਗੀਤ ਦੇ ਸਮੁੰਦਰ 'ਚ ਡੁੱਬ ਕੇ ਸਭ ਕੁਝ ਭੁੱਲ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਡੌਲ? 18 ਸਾਲ ਦੀ ਉਮਰ ਵਿੱਚ ਇੱਕ ਧਾਰਮਿਕ ਜਲਸੇ ਉੱਤੇ ਅੰਮ੍ਰਿਤਸਰ ਵਿਖੇ ਮਾਂ ਸੁਰਿੰਦਰ ਕੌਰ। ਮਾਸੀ ਮੈਨੂੰ ਬੜੇ ਪਿਆਰ ਨਾਲ ਇਹ ਗੱਲ ਦੱਸਦਿਆਂ ਭਾਵੁਕ ਹੋ ਗਈ। ਤੂੰ ਵੀ ਮਾਂ ਦਾ ਨਾਂ ਰੌਸ਼ਨ ਕਰ ਰਹੀ ਹੈ, ਪਰ ਲਾਡੋ, ਇਹ ਗੱਲ ਵੀ ਤੂੰ ਯਾਦ ਰੱਖੀ ਕਿ ਸੰਗੀਤ ਦੀ ਕੋਈ ਜ਼ਾਤ ਨਹੀਂ ਹੁੰਦੀ। ਦੋਹਾਂ ਭੈਣਾਂ ਦਾ ਪਿਆਰ ਆਖਰੀ ਦਮ ਤੱਕ ਬਣਿਆ ਰਿਹਾ। ਆਖਰੀ ਦਮ ਤੱਕ ਉਹ ਆਪਣੀ ਭੈਣ ਮਨਜੀਤ ਦੀ ਸੇਵਾ ਵਿੱਚ ਆਪਣਾ ਆਪ ਨਿਛਾਵਰ ਕਰਦੀ ਰਹੀ ਤੇ ਉਹਦੀ ਸੇਵਾ ਕਰਦਿਆਂ ਮਨਜੀਤ ਭੈਣ ਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਈ।
ਸੀ ਮਨਜੀਤ 2007 ਵਿੱਚ ਸਾਨੂੰ ਵਿਛੋੜਾ ਦੇ ਗਈ।